ਲੁਧਿਆਣਾ ਦੇ ਵਿੱਚ ਜੋ ਵੱਡੀ ਕਰੋੜਾਂ ਦੀ ਲੁੱਟ ਹੋਈ ਹੈ ਉਸ ਦੇ ਵਿੱਚ ਹੁਣ ਤੱਕ ਕੁੱਲ 5 ਕਰੋੜ 75 ਲੱਖ ਰੁਪਏ ਪੁਲਿਸ ਨੇ ਬਰਾਮਦ ਕਰ ਲਏ ਨੇ। 8.5 ਕਰੋੜ ਦੀ ਕੈਸ਼ ਡਕੈਤੀ ਦੇ ਵਿੱਚ ਪਰਤਾਂ ਖੁੱਲਦੀਆਂ ਜਾ ਰਹੀਆਂ ਨੇ। ਹੁਣ ਮੁੱਖ ਲੁਟੇਰੀ ਮੋਨਿਕਾ ਦੇ ਨਾਲ 4 ਹੋਰ ਭਗੌੜਿਆਂ ਦੀ ਜਿੱਥੇ ਭਾਲ ਕੀਤੀ ਜਾ ਰਹੀ ਹੈ ਉੱਥੇ ਹੀ ਫੜੇ ਗਏ ਮੁਲਜ਼ਮਾਂ ਤੋਂ 75 ਲੱਖ ਰੁਪਏ ਹੋਰ ਬਰਾਮਦ ਕੀਤੇ ਗਏ ਨੇ। ਪੁਲਿਸ ਕਮਿਸ਼ਨਰ ਲੁਧਿਆਣਾ ਦੇ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਡਾਕਾ ਤਾਂ ਵੱਡਾ ਮਾਰ ਬੈਠੇ ਪਰ ਕੈਸ਼ ਇਹਨਾਂ ਤੋਂ ਸਾਂਭਿਆ ਨਹੀਂ ਗਿਆ ਕਿ ਇੰਨੇ ਪੈਸੇ ਰੱਖਣੇ ਕਿੱਥੇ ਨੇ। ਹੁਣ 75 ਲੱਖ ਰੁਪਏ ਹੋਰ ਬਰਾਮਦ ਕੀਤੇ ਗਏ ਨੇ। ਮਨਜਿੰਦਰ ਮਨੀ ਦੇ ਘਰੋਂ 50 ਲੱਖ ਰੁਪਏ ਬਰਾਮਦ ਹੋਏ ਨੇ। 25 ਲੱਖ ਰੁਪਏ ਮੁਲਜ਼ਮ ਨਰਿੰਦਰ ਤੋਂ ਰਿਕਵਰ ਹੋਏ ਨੇ। ਮਨਜਿੰਦਰ ਮਨੀ ਨੇ 50 ਲੱਖ ਰੁਪਏ ਸੇਫਟੀ ਟੈਂਕ ਦੇ ਵਿੱਚ ਲੁਕਾ ਕੇ ਰੱਖੇ ਸਨ। ਉਸ ਦੀ ਨਿਸ਼ਾਨਦੇਹੀ ਤੇ ਹੁਣ ਇਸ ਰਕਮ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਜੋ ਹੈਗਾ ਮਨਜਿੰਦਰ ਮਨੀ ਨੇ ਤਾਂ ਇਹ ਗੱਲ ਆਪਦੀ ਉਹਨਾਂ ਨੂੰ ਉਹਦੇ ਕਿਹਾ ਸੀ ਮੈਂ ਕਾਰ ਜਲਦੀ ਲੈ ਰਿਹਾ। ਅਸਲ ਦੇ ਵਿੱਚ ਇਹਨਾਂ ਨੂੰ ਆਪਣੀ ਡਕੈਤੀ ਕਰਨ ਤੋਂ ਬਾਅਦ ਇਹ ਸਮਝ ਹੀ ਨਹੀਂ ਆ ਰਿਹਾ ਸੀ ਪੈਸੇ ਨੂੰ ਕਿੱਥੇ ਫਸਟ ਕੇਸ ਹੋਊਗਾ। ਮੈਨੂੰ ਲੱਗਦਾ ਜਿਹੜਾ ਹਾਈਟ ਆਫ ਪੁਲਿਸਨੈਸ ਹੈ ਵੀ ਉਹਦੇ ਵਿੱਚ ਇੱਟ ਨਾਲ ਬੰਨ੍ਹ ਕੇ ਉਹਨੂੰ ਤੇ ਉਹਦੇ ਸੈਪਟਿਕ ਟੈਂਕ ਦੇ ਵਿੱਚ ਸਿਵਰ ਦੇ ਵਿੱਚ ਉਹਨੂੰ ਈਵਨ ਉਹ ਜਦੋਂ ਅਸੀਂ ਕੱਢੇ ਆ ਉਹ ਤੁਹਾਨੂੰ ਵੀਡੀਓ ਤੋਂ ਕਲੀਅਰ ਹੋ ਜਾਊਗਾ ਕੁਛ ਕੋ ਨੋਟ ਖਿੱਲਰ ਗਏ ਤੇ ਉਹ ਗਿੱਲੇ ਤੋਂ ਉਹਨਾਂ ਨੂੰ ਉਹਦੇ ਵਿੱਚ ਇੰਨੀ ਜ਼ਿਆਦਾ ਉਹ ਕਰ ਰਿਹਾ ਸੀ ਉਹਦੇ ਵਿੱਚੋਂ ਹੀ ਆ ਜਿਹੜੇ ਕੁਛ ਨੋਟ ਹੋਣੇ ਆ ਤੇ ਉਹਦੇ ਚ ਉਹਨੂੰ ਸੁਕਾਇਆ ਫਿਰ ਉਹਦੇ ਵਿੱਚੋਂ ਉਹਨੂੰ ਕਰਕੇ ਤੇ ਉਹ ਸੈਪਟਿਕ ਟੈਂਕ ਦੇ ਵਿੱਚ ਰੱਖਿਆ। ਤੇ ਜਿਹੜਾ ਦੂਜਾ ਹੈਗਾ ਉਹਦੇ ਤੋਂ ਜਿਹੜਾ ਹੈਗਾ ਨਰਿੰਦਰ ਹੈਪੀ ਆ ਉਹਦੇ ਵਿੱਚੋਂ ਜਿਹੜੇ 25 ਲੱਖ ਰੁਪਇਆ ਰਿਕਵਰ ਹੋਇਆ ਉਹ ਘਰ ਦੇ ਸਾਹਮਣੇ ਦੱਬ ਕੇ ਰੱਖਿਆ ਹੋਇਆ। ਉਹਦੇ ਘਰ ਦੇ ਸਾਹਮਣੇ ਇੱਕ ਪਲਾਟ ਹੈ ਤੇ ਉਹਦੇ ਵਿੱਚ ਦੱਬ ਕੇ ਰੱਖਿਆ ਹੋਇਆ। ਮੈਨੂੰ ਲੱਗਦਾ ਜੇ 10 ਦਿਨ ਇਹਨਾਂ ਦਾ ਉਹ ਭੱਜਣਾ ਸ਼ੁਰੂ ਹੋ ਜਾਂਦਾ ਸ਼ਾਇਦ ਸਿਉਂਕ ਲੱਗ ਕੇ ਹੀ ਖਰਾਬ ਹੋ ਜਾਂਦੇ। ਇਹਨਾਂ ਨੂੰ ਸਮਝ ਨਹੀਂ ਆਉਂਦੀ ਡਾਕਾ ਮਾਰ ਬੈਠੇ ਵੱਡਾ ਤੇ ਪਲੈਨਿੰਗ ਇਹਨਾਂ ਦੀ ਜ਼ਬਰਦਸਤੀ ਪਰ ਇਹਨਾਂ ਨੂੰ ਪੈਸਾ ਕਿਵੇਂ ਸਾਂਭਣਾ ਉਹ ਕੋਈ ਸਲਾਹਕਾਰ ਇਹਨਾਂ ਕੋਲ ਇੱਥਾ ਹੈ ਨਹੀਂ ਸੀਗਾ ਜਿਹੜਾ ਉਹਨੂੰ। ਪੁਲਿਸ ਨੇ ਕਿਹਾ ਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਾਨੂੰ ਸ਼ੱਕ ਹੈ ਕਿ ਬਾਕੀ ਫਰਾਰ ਦੱਖਣ ਭਾਰਤ ਵੱਲ ਭੱਜ ਗਏ ਨੇ। ਸਾਨੂੰ ਕਹਿੰਦੇ ਇਨਪੁਟ ਮਿਲ ਚੁੱਕੇ ਨੇ। ਹਸੀਨਾ ਡਾਕੂ ਮੋਨਾ ਨੂੰ ਫੜਨ ਦੇ ਲਈ ਰਾਜਸਥਾਨ ਹਰਿਆਣਾ ਤੇ ਹਿਮਾਚਲ ਵਿੱਚ ਪੁਲਿਸ ਦੀਆਂ ਟੀਮਾਂ ਪੰਜਾਬ ਪੁਲਿਸ ਨੇ ਭੇਜ ਦਿੱਤੀਆਂ ਨੇ। 4 ਤੋਂ 5 ਟੀਮਾਂ ਪੰਜਾਬ ਤੋਂ ਬਾਹਰ ਹੀ ਛਾਪੇਮਾਰੀ 'ਚ ਲੱਗੀਆਂ ਹੋਈਆਂ ਨੇ। ਹੁਣ ਤੱਕ ਕੁੱਲ 6 ਮੁਲਜ਼ਮ ਗ੍ਰਿਫਤਾਰ ਹੋਏ ਨੇ। 4 ਫਰਾਰ ਨੇ। ਪੁਲਿਸ ਨੇ ਦੱਸਿਆ ਕਿ DVR ਵੀ ਸਾਰੇ ਮਹਿਲਾ ਡਾਕੂ ਕੋਲ ਨੇ। ਪੂਰੀ ਪਲਾਨਿੰਗ ਦੇ ਨਾਲ ਚੋਰੀ ਨੂੰ ਅੰਜਾਮ ਦਿੱਤਾ ਗਿਆ। ਸਾਰਿਆਂ ਨੇ ਡਰੈਸ ਕੋਡ ਉਸ ਰਾਤ ਕਾਲਾ ਰੱਖਿਆ ਸੀ ਤਾਂ ਜੋ ਕਿਸੇ ਦੀ ਪਛਾਣ ਨਾ ਹੋ ਸਕੇ। ਕਲੂਜ਼ ਦੇਖੋ ਜੀ ਸਾਡੀ ਹੁਣ ਫਿਲਹਾਲ ਤਾਂ ਇਹੀ ਕਹਿ ਸਕਦੇ ਹਾਂ ਡਾਊਨ ਸਾਊਥ ਸਾਡੀ ਟੀਮ ਜਾ ਚੁੱਕੀ ਹੈ। ਉਹਦੇ ਵਿੱਚ ਹੋਰ ਕੁਝ ਪਲੇਸਿਸ ਹੈਗੀਆਂ 4-5 ਟੀਮ ਸਾਡੀਆਂ ਇਹ ਮੈਂ ਇੰਨਾ ਕਹਿ ਸਕਦਾ 4-5 ਟੀਮ ਆਊਟ ਆਫ ਪੰਜਾਬ ਹੁਣ ਇਸ ਕੇਸ ਦੇ ਵਿੱਚ ਵਰਕ ਕਰ ਰਹੇ ਹਾਂ ਤੇ ਛੇਤੀ ਅਸੀਂ ਕੋਸ਼ਿਸ਼ ਕਰਾਂਗੇ। ਉਹ 5 DVR ਆ ਉਹ ਨੇੜੀ ਦੇ ਕੋਲੇ ਆ ਉਹਦੇ ਵਿੱਚੋਂ ਹੀ ਉਹਨੇ ਕਿੱਥੇ ਰੱਖੇ ਹੋਏ ਆ ਉਹਦੇ ਫੜੇ ਜਾਣ ਤੋਂ ਬਾਅਦ। ਪਰ ਦੂਜੀ ਗੱਲ ਇਹ DVR ਜੇ ਮਿਲ ਵੀ ਜਾਊਗਾ ਸ਼ਾਇਦ ਜਦੋਂ ਇਹਨਾਂ ਨੇ ਕੱਟਤੀ ਤਾਰ ਜਾਂ ਹੋਰ ਕਰਤੀ ਉਹ ਕੁਐਸਚਨ ਹੈ ਵੀ ਉਹਦੇ ਵਿੱਚ ਆਈ ਹੋਊਗੀ ਕਿ ਨਹੀਂ ਆਈ ਹੋਊਗੀ। ਉਸ ਦਿਨ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਇੱਕ ਹੋਰ ਇੰਟਰਸਟਿੰਗ ਗੱਲ ਕਾਲੇ ਕੱਪੜੇ ਪਾਈਏ ਤੇ ਕੋਸ਼ਿਸ਼ ਕਹਿੰਦੇ ਕਾਲੇ ਕੱਪੜੇ ਕਿਉਂ ਪਾਉਣੇ ਆ ਕਿ ਕਾਲੇ ਕੱਪੜਿਆਂ ਨਾਲ ਮੂਵਮੈਂਟ ਰਾਤ ਦੇ ਵਿੱਚ ਘੱਟ ਵਿਜ਼ੀਬਲ ਹੁੰਦੀ ਆ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਭੱਜੇ ਹੋਏ ਮੁਲਜ਼ਮਾਂ ਨੂੰ ਅਸੀਂ ਖੁੱਡਾਂ ਦੇ ਵਿੱਚੋਂ ਚੂਹਿਆਂ ਵਾਂਗ ਵੀ ਕੱਢ ਕੇ ਲਿਆਵਾਂਗੇ ਭਾਵੇਂ ਕਿੰਨਾ ਮਰਜ਼ੀ ਪੈਸਾ ਖਰਚ ਹੋ ਜਾਵੇ। ਕਹਿੰਦੇ ਹੁਣ ਤੱਕ ਮੁਲਜ਼ਮਾਂ ਨੂੰ ਫੜਨ ਦੇ ਵਿੱਚ 1 ਕਰੋੜ ਰੁਪਏ ਤੱਕ ਖਰਚ ਹੋ ਚੁੱਕੇ ਨੇ। ਸਿੱਧੂ ਨੇ ਕਿਹਾ ਕਿ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਜਿੰਨਾ ਵੀ ਖਰਚਾ ਆਊਗਾ ਉਹ ਕੰਪਨੀ ਤੋਂ ਵਸੂਲਣ ਬਾਰੇ ਹੀ DGP ਦੇ ਨਾਲ ਚਰਚਾ ਚੱਲ ਰਹੀ ਹੈ ਕਿਉਂਕਿ ਨਾਲ ਜਿਹੜਾ ਕੈਸ਼ ਹੈ ਜਿਹੜਾ ਲੁੱਟਿਆ ਗਿਆ ਸੀ ਉਹ ਰਿਕਵਰ ਵੀ ਕੀਤਾ ਜਾ ਰਿਹਾ ਹੈ। ਨਹੀਂ ਹਜੇ ਤੱਕ ਜਿਹੜੀ ਸਾਡੀ ਸਮਝ ਮੁਤਾਬਕ ਇਹ ਆ ਵੀ ਉਦੋਂ ਪਹਿਲਾਂ ਨਿਕਲ ਗਏ ਹੁਣ ਤਾਂ ਗੱਲ ਮੈਂ ਕਹਿ ਨਹੀਂ ਸਕਦਾ 2 ਦਿਨ ਦੇ ਵਿੱਚ ਬਟ ਇਹਦੇ ਵਿੱਚ ਜਿਹੜੀ ਇਨੀਸ਼ੀਅਲ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆ ਉਹਦੇ ਵਿੱਚ ਇਹ ਆ ਵੀ LOC ਜਾਰੀ ਹੋਣ ਤੋਂ ਬਾਅਦ ਤੇ ਕਿਤੇ ਨਾ ਕਿਤੇ ਉਹ ਕਨੈਕਟ ਵੀ ਕੋਸ਼ਿਸ਼ ਕਰ ਰਹੇ ਵੀ ਪਤਾ ਲੱਗ ਜਾਏ ਬਾਕੀ ਸਾਥੀਆਂ ਦਾ ਕੀ ਹੋਇਆ ਤੇ ਜੇ ਉਹਨਾਂ ਨੂੰ ਪਤਾ ਲੱਗ ਜਾਊਗਾ ਦੇ ਵਿਲ ਨਾਟ ਅਟੈਂਪਟ ਕੇ ਬਾਹਰ ਏਅਰਪੋਰਟ ਤੇ ਜਾਵਾਂਗੇ। ਪਰ ਹਿੰਦੁਸਤਾਨ 'ਚ ਕਿਤੇ ਵੀ ਹੋਇਆ ਸਾਨੂੰ ਖੁੱਡਾਂ 'ਚ ਪਾਣੀ ਪਾ ਕੇ ਇਹ ਮੁਲਜ਼ਮਾਂ ਨੂੰ ਚੂਹਿਆਂ ਵਾਂਗੂ ਬਾਹਰ ਕੱਢਣਾ ਸਾਨੂੰ ਤਰੀਕਾ ਲੁਧਿਆਣਾ ਪੁਲਿਸ ਨੂੰ ਆਉਂਦਾ ਉਵੇਂ ਫੜ ਕੇ ਅਸੀਂ ਖੁੱਡਾਂ 'ਚੋਂ ਕੱਢ ਕੇ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ। ਭਲਵਾਨਾਂ ਦੇ ਏਜੰਸੀ ਸ਼ੋਸ਼ਣ ਦੇ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਹੈ। 15 ਜੂਨ ਅੱਜ ਭਲਵਾਨਾਂ ਦੇ ਵੱਲੋਂ ਸਰਕਾਰ ਨੂੰ ਦਿੱਤੇ ਅਲਟੀਮੇਟਮ ਦਾ ਆਖਰੀ ਦਿਨ ਸੀ। ਸਰਕਾਰ ਨੇ ਦਾਅਵਾ ਕੀਤਾ ਸੀ ਕਿ 15 ਤੱਕ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਤੇ ਅੱਜ ਦਿੱਲੀ ਪੁਲਿਸ ਨੇ ਇਸ ਕੇਸ ਦੇ ਵਿੱਚ 2 ਚਾਰਜ ਸ਼ੀਟਾਂ ਦਾਖਲ ਕੀਤੀਆਂ ਨੇ। ਇੱਕ ਦੇ ਵਿੱਚ ਨਾਬਾਲਿਗ ਦੇ ਵੱਲੋਂ ਬ੍ਰਜ ਭੂਸ਼ਣ ਖਿਲਾਫ ਦਰਜ ਕਰਵਾਏ ਕੇਸ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਦਰਅਸਲ ਪੁਲਿਸ ਨੇ 2 ਕੇਸਾਂ ਦੇ ਵਿੱਚ ਚਾਰਜ ਸ਼ੀਟਾਂ ਜਿਹੜੀਆਂ ਦਾਖਲ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਚਾਰਜ ਸ਼ੀਟ
ਵਿੱਚ 6 ਪਹਿਲਵਾਨਾਂ ਦੇ ਇਲਜ਼ਾਮਾਂ ਤੇ ਰਾਊਜ਼ ਐਵਨਿਊ ਕੋਰਟ ਦੇ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ। ਦੂਸਰੇ ਪਾਸੇ ਨਾਬਾਲਿਗ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਪਟਿਆਲਾ ਹਾਊਸ ਕੋਰਟ ਦੇ ਵਿੱਚ 550 ਸਫ਼ਿਆਂ ਦੀ ਕਲੋਜ਼ਰ ਰਿਪੋਰਟ ਵੀ ਦਾਖਲ ਕੀਤੀ ਗਈ ਹੈ। ਇਸ ਦੇ ਵਿੱਚ ਬ੍ਰਿਜਭੂਸ਼ਣ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਚਾਰਜ ਸ਼ੀਟ ਦੇ ਵਿੱਚ ਸਹਾਇਕ ਸਕੱਤਰ ਵਿਨੋਦ ਤੋਮਰ ਦਾ ਨਾਮ ਵੀ ਨਾਮਜ਼ਦ ਸੀ। ਮਾਮਲੇ ਦੇ ਵਿੱਚ ਸੀਨੀਅਰ ਵਕੀਲ ਨੇ ਜਾਣਕਾਰੀ ਦਿੱਤੀ ਹੈ, ਸਰਕਾਰੀ ਵਕੀਲ ਨੇ, ਕਿ ਦਿੱਲੀ ਪੁਲਿਸ ਨੇ ਬ੍ਰਿਜਭੂਸ਼ਣ ਖਿਲਾਫ ਜਿਹੜੀ ਪਹਿਲੀ ਚਾਰਜ ਸ਼ੀਟ ਹੈ ਉਹਦੇ ਵਿੱਚ ਭਾਰਤੀ ਦੰਡਾਵਲੀ IPC ਦੀ ਧਾਰਾ 354 ਮਰਿਆਦਾ ਨੂੰ ਠੇਸ ਪਹੁੰਚਾਉਣਾ, 354 ਏਜੰਸੀ ਟਿੱਪਣੀਆਂ ਕਰਨਾ, 354 D ਸਟਾਕਿੰਗ ਸੰਬੰਧੀ ਅਪਰਾਧ ਦੇ ਤਹਿਤ ਵੱਖ-ਵੱਖ ਅਪਰਾਧਾਂ ਦੇ ਲਈ ਇਹ ਚਾਰਜ ਸ਼ੀਟ ਦਾਇਰ ਕੀਤੀ ਗਈ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਜਿਹੜਾ ਨਾਬਾਲਿਗ ਭਲਵਾਨ ਕੁੜੀ ਦੇ ਕੇਸ ਵਿੱਚ ਪੋਕਸੋ ਕੇਸ ਦਰਜ ਕੀਤਾ ਗਿਆ ਸੀ ਉਸ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਬ੍ਰਿਜਭੂਸ਼ਣ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਤੇ ਅਦਾਲਤ ਨੇ ਇਸ ਮਾਮਲੇ ਨੂੰ ਅਗਲੀ ਸੁਣਵਾਈ ਦੇ ਲਈ 4 ਜੁਲਾਈ ਤੇ ਪਾ ਦਿੱਤਾ ਹੈ। ਸੋ ਇਸ ਕੇਸ ਦੇ ਵਿੱਚ ਭਾਵੇਂ ਇੱਕ ਕੇਸ ਜਿਹੜਾ ਬ੍ਰਿਜਭੂਸ਼ਣ ਦੇ ਖਿਲਾਫ ਹੈ ਉਸ ਨੂੰ ਰੱਦ ਕਰਨ ਦੀ ਪੁਲਿਸ ਨੇ ਸਿਫਾਰਿਸ਼ ਕੀਤੀ ਹੈ, ਪਰ ਪੁਲਿਸ ਕੋਲ ਹਾਲੇ ਵੀ ਦੂਸਰੇ ਕੇਸ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰਨ ਦੀ ਤਾਕਤ ਹੈ। ਚਾਰਜ ਸ਼ੀਟ ਦੇ ਵਿੱਚ ਉਹ ਸਾਰੀਆਂ ਧਾਰਾਵਾਂ ਨੇ ਜੋ 6 ਬਾਲਗ ਸ਼ਿਕਾਇਤਕਰਤਾਵਾਂ ਦੀਆਂ FIR ਦੇ ਵਿੱਚ ਹਨ। ਇਹਨਾਂ ਦੇ ਨਾਲ ਹੀ ਸਿਰਫ ਇੱਕ ਨਵੀਂ ਧਾਰਾ 506 ਇੱਕ ਜੋੜੀ ਗਈ ਹੈ। ਇਹਨਾਂ ਧਾਰਾਵਾਂ ਤਹਿਤ ਵੱਧ ਤੋਂ ਵੱਧ 5 ਸਾਲ ਦੀ ਸਜ਼ਾ ਹੋ ਸਕਦੀ ਹੈ। ਹੁਣ ਅਦਾਲਤ ਪੁਲਿਸ ਦੀ ਰਿਪੋਰਟ ਤੇ ਗੌਰ ਕਰੇਗੀ, ਪੂਰੀ ਤਰ੍ਹਾਂ ਦੇ ਨਾਲ ਜਾਂਚ ਕਰੇਗੀ ਕਿ ਕੀ ਇਹ ਸਹੀ ਹੈ ਜਾਂ ਫਿਰ ਨਹੀਂ। ਇਸ ਦੇ ਨਾਲ ਹੀ ਪੋਕਸੋ ਕੇਸ ਨੂੰ ਬੰਦ ਕਰਨ ਜਾਂ ਇਸ ਨੂੰ ਜਾਰੀ ਰੱਖਣ ਦੀ ਸਿਫਾਰਿਸ਼ ਵੀ ਸਵੀਕਾਰ ਕਰਨ ਦਾ ਫੈਸਲਾ ਲਿਆ ਜਾਊਗਾ। ਪਟਿਆਲਾ ਹਾਊਸ ਕੋਰਟ ਦੇ ਵਿੱਚ ਪੋਕਸੋ ਮਾਮਲੇ ਦੀ ਅਗਲੀ ਸੁਣਵਾਈ 4 ਜੁਲਾਈ ਨੂੰ ਹੈ ਤੇ ਬਾਕੀ ਮਾਮਲਿਆਂ ਦੀ ਸੁਣਵਾਈ ਹੈ ਜਿਹੜੀ ਉਹ 22 ਜੂਨ ਨੂੰ ਤੈਅ ਕੀਤੀ ਗਈ ਹੈ। 18 ਜਨਵਰੀ 2023 ਨੂੰ ਪਹਿਲਵਾਨ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਨੇ ਦਿੱਲੀ ਦੇ ਜੰਤਰ ਮੰਤਰ ਤੇ ਪਹੁੰਚ ਕੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਤੇ ਏਜੰਸੀ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਾਏ ਸਨ। ਸੰਘਰਸ਼ ਕੀਤਾ, ਲੰਬਾ ਚੱਲਿਆ। ਪਹਿਲਾਂ ਜਿਹੜਾ ਜਨਵਰੀ 'ਚ ਸੰਘਰਸ਼ ਸ਼ੁਰੂ ਕੀਤਾ ਸੀ ਉਸ ਨੂੰ ਮੁਲਤਵੀ ਵੀ ਕਰ ਦਿੱਤਾ ਸੀ ਸਰਕਾਰ ਦੇ ਭਰੋਸੇ ਤੋਂ ਬਾਅਦ। ਉਸ ਤੋਂ ਬਾਅਦ ਪਹਿਲਵਾਨਾਂ ਨੇ ਫੇਰ ਸੰਘਰਸ਼ ਵਿੱਢਿਆ ਤੇ 28 ਅਪ੍ਰੈਲ ਨੂੰ ਦਿੱਲੀ ਪੁਲਿਸ ਨੇ ਕਨੌਟ ਪਲੇਸ ਪੁਲਿਸ ਸਟੇਸ਼ਨ ਦੇ ਵਿੱਚ ਬ੍ਰਿਜਭੂਸ਼ਣ ਦੇ ਖਿਲਾਫ 2 ਪਰਚੇ ਦਰਜ ਕੀਤੇ ਨੇ। ਹਾਲਾਂਕਿ ਬ੍ਰਿਜਭੂਸ਼ਣ ਸਾਰੇ ਦੋਸ਼ਾਂ ਤੋਂ ਹੁਣ ਤੱਕ ਇਨਕਾਰ ਕਰਦਾ ਰਿਹਾ ਤੇ ਕਿਹਾ ਕਿ ਜੇ ਉਸ ਤੇ ਇੱਕ ਵੀ ਦੋਸ਼ ਸਾਬਿਤ ਹੋ ਜਾਵੇ ਅਦਾਲਤ ਦੇ ਵਿੱਚ ਤਾਂ ਉਹ ਖੁਦ ਫਾਂਸੀ ਤੇ ਚੜ੍ਹ ਜਾਵੇਗਾ। ਤੇ ਇਸ ਵੱਡੀ ਅਪਡੇਟ ਤੋਂ ਬਾਅਦ ਸ਼ਾਮ ਨੂੰ 6:30 ਵਜੇ ਤੱਕ ਪਹਿਲਵਾਨ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਜਾਂ ਬਜਰੰਗ ਪੂਨੀਆ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਸੀ। ਵਿਜੀਲੈਂਸ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਦਿਨ ਪਹਿਲਾਂ ਵਿਜੀਲੈਂਸ ਮੂਹਰੇ ਪੇਸ਼ੀ ਦਰਮਿਆਨ ਤਾਂ ਭਾਵੇਂ ਮੀਡੀਆ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਸੀ, ਪਰ ਹੁਣ ਦੂਸਰੇ ਦਿਨ ਉਹਨਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ ਹੈ। ਚੰਨੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਬਹੁਤ ਨਾਜ਼ੁਕ ਬਣ ਗਏ ਨੇ, ਸੂਬੇ ਦੇ ਵਿੱਚ ਅਣਐਲਾਨੀ ਐਮਰਜੈਂਸੀ ਹੈ, ਸਰਕਾਰ ਵਿਰੋਧੀ ਪਾਰਟੀਆਂ ਤੇ ਧੱਕੇਸ਼ਾਹੀ ਕਰ ਰਹੀ ਹੈ। ਜੇ ਕੋਈ ਸਰਕਾਰ ਦੇ ਖਿਲਾਫ ਬੋਲਦਾ ਹੈ ਤਾਂ ਸਰਕਾਰ ਉਹਦੇ ਮਗਰ ਵਿਜੀਲੈਂਸ ਲਾ ਦਿੰਦੀ ਹੈ। ਵਿਜੀਲੈਂਸ ਬਿਊਰੋ ਉਸ ਲੀਡਰ ਨੂੰ ਨੋਟਿਸ ਜਾਰੀ ਕਰ ਦਿੰਦੀ ਹੈ ਤੇ ਉਸ ਨੂੰ ਫਿਰ ਚੰਗੀ ਤਰ੍ਹਾਂ ਦੇ ਨਾਲ ਪਰੇਸ਼ਾਨ ਕੀਤਾ ਜਾਂਦਾ ਹੈ। ਦਰਅਸਲ ਚੰਨੀ ਦੇ ਖਿਲਾਫ ਵਿਜੀਲੈਂਸ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ। ਹੁਣ ਤੱਕ ਸਾਬਕਾ ਮੁੱਖ ਮੰਤਰੀ ਚੰਨੀ ਤੋਂ 2 ਵਾਰੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਪਹਿਲੀ ਵਾਰੀ 14 ਅਪ੍ਰੈਲ ਤੇ ਦੂਸਰੀ ਵਾਰੀ 13 ਜੂਨ ਨੂੰ ਤਲਬ ਕੀਤਾ ਗਿਆ ਸੀ। ਹੁਣ ਇੱਕ ਹੋਰ ਮਾਮਲੇ ਦੇ ਵਿੱਚ ਤਲਬ ਕੀਤੇ ਜਾਣ ਦੀਆਂ ਕਨਸੂਆਂ ਮਿਲ ਰਹੀਆਂ ਨੇ। ਪੰਜਾਬ ਦੇ ਵਿੱਚ ਅੱਜ ਅਣਐਲਾਨੀ ਐਮਰਜੈਂਸੀ ਲੱਗੀ ਹੋਈ ਹੈ। ਉਹੀ ਹਾਲਾਤ ਹੈ ਜੋ ਐਮਰਜੈਂਸੀ ਵੇਲੇ ਸੀ, ਜੋ ਐਮਰਜੈਂਸੀ ਵੇਲੇ ਹੁੰਦੇ ਹੈ। ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗਿਆ ਹੋਇਆ ਹੈ। ਕਿਸੇ ਵਿਰੋਧੀ ਨੂੰ ਚੂੰ ਨਹੀਂ ਕਰਨ ਦਿੰਦੇ। ਜਿਹੜਾ ਕੋਈ ਬੋਲਦਾ ਹੈ ਉਹਦੇ ਪਰ ਵਿਜੀਲੈਂਸ ਦਾ ਦੂਸਰੇ ਦਿਨ ਨੋਟਿਸ ਆ ਜਾਂਦਾ ਹੈ। ਇੱਕ NRI ਔਰਤ ਦੇ ਵੱਲੋਂ ਜਗਰਾਉਂ ਦੀ ਵਿਧਾਇਕਾ, ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਤੇ ਕੋਠੀ ਦੱਬਣ ਦੇ ਇਲਜ਼ਾਮ ਲਾਉਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਆਪਣੀ ਵਿਧਾਇਕਾ ਨੂੰ ਤਲਬ ਕਰ ਲਿਆ ਹੈ। ਸਰਬਜੀਤ ਕੌਰ ਮਾਣੂਕੇ ਵੀਰਵਾਰ ਨੂੰ ਚੰਡੀਗੜ੍ਹ ਪਹੁੰਚੇ। ਇਸ ਦੌਰਾਨ ਪ੍ਰੈਸ ਕਾਨਫਰੰਸ ਕਰਕੇ ਮਾਣੂਕੇ ਨੇ ਸਫਾਈ ਵੀ ਦਿੱਤੀ ਕਿ ਮੇਰੇ ਤੇ ਜੋ ਇਲਜ਼ਾਮ ਲਾਏ ਜਾ ਰਹੇ ਨੇ ਬੇਬੁਨਿਆਦ ਨੇ। ਮੈਂ ਕੋਠੀ ਤੇ ਕੋਈ ਕਬਜ਼ਾ ਨਹੀਂ ਕੀਤਾ, ਮੈਂ ਕੋਠੀ ਦੀ ਕਿਰਾਏਦਾਰ ਹਾਂ। ਮਾਣੂਕੇ ਦੇ ਕਹਿਣ ਮੁਤਾਬਿਕ ਇਸ ਕੋਠੀ ਦੇ 2 ਮਾਲਕ ਨੇ ਤੇ ਉਹਨਾਂ ਨੇ ਕੋਠੀ ਕਰਮਜੀਤ ਸਿੰਘ ਤੋਂ ਕਿਰਾਏ ਤੇ ਲਈ ਹੈ। NRI ਪਰਿਵਾਰ ਦੇ ਵੱਲੋਂ ਸਰਬਜੀਤ ਕੌਰ ਮਾਣੂਕੇ ਦੇ ਖਿਲਾਫ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਵਿਧਾਇਕਾ ਦੇ ਵੱਲੋਂ ਉਹਨਾਂ ਦੀ ਹੀਰਾ ਬਾਗ ਦੇ ਵਿੱਚ ਬੰਦ ਪਈ ਕੋਠੀ ਦੇ ਤਾਲੇ ਤੋੜ ਕੇ ਨਾਜਾਇਜ਼ ਤੌਰ ਤੇ ਕਬਜ਼ਾ ਕੀਤਾ ਗਿਆ, ਜਦਕਿ ਵਿਧਾਇਕਾ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਜਗਰਾਉਂ ਦੇ ਵਿੱਚ 2015 ਤੋਂ ਹੁਣ ਤੱਕ ਮੈਂ ਕਿਰਾਏ ਤੇ ਹੀ ਰਹਿੰਦੀ ਆ ਰਹੀ ਹਾਂ। ਇਸ ਤੋਂ ਪਹਿਲਾਂ ਵੀ ਮੈਂ 2 ਕੋਠੀਆਂ ਕਿਰਾਏ ਤੇ ਹੀ ਰਹੀ ਹਾਂ। ਜਦੋਂ ਵੀ ਉਹਨਾਂ ਦੇ ਮਾਲਕਾਂ ਨੇ ਮੈਨੂੰ ਕਿਹਾ ਵੀ ਸਾਨੂੰ ਕੋਠੀ ਦੀ ਰਿਕੁਆਇਰਮੈਂਟ ਆ, ਜਿਹੜਾ ਐਗਰੀਮੈਂਟ ਮੈਂ ਉਸ ਕੋਠੀ ਵਾਲਿਆਂ ਨਾਲ ਕੀਤਾ ਸੀ ਉਹੀ ਐਗਰੀਮੈਂਟ ਪਹਿਲਾਂ ਮੈਂ 2 ਸਾਲ ਰਹੀ ਕਿਸੇ ਦੀ ਕੋਠੀ 'ਚ, ਫਿਰ 6 ਸਾਲ। ਉਹ ਵੀ ਇੱਕ NRI ਬੰਦਾ ਜਿਹਨੇ ਮੈਨੂੰ ਆਪ ਗੱਲ ਕੀਤੀ, ਕਹਿੰਦੇ ਭੈਣ ਜੀ ਵੀ ਆਪਾਂ ਥੋੜੀ ਰਿਪੇਅਰ ਕਰਾਉਣੀ ਆ, ਤੁਸੀਂ 6 ਮਹੀਨੇ ਕੋਠੀ ਇੱਧਰ ਉੱਧਰ ਸ਼ਿਫਟ ਕਰ ਸਕਦੇ ਹੋ ਤਾਂ ਮੈਂ ਰਿਪੇਅਰ ਕਰਾ ਲੂੰਗਾ। ਤੇ ਸਾਡੇ ਹੀ ਇੱਕ ਜਾਣਕਾਰ ਜਿਹੜੇ ਪਹਿਲਾਂ ਕਾਂਗਰਸ ਪਾਰਟੀ ਦੇ ਕਾਰਿਆਕਰਤਾ ਵੀ ਰਹੇ ਆ, ਉਹਨਾਂ ਨੇ ਵਕੀਲ ਸਾਹਿਬ ਕਰਮ ਸਿੰਘ ਜੀ,
ਉਹਨਾਂ ਨੇ ਆਫਰ ਕੀਤੀ ਵੀ ਕੋਠੀ ਤਾਂ ਅਸੀਂ ਆਪਣੇ ਲਈ ਬਣਾਈ ਹੈ, ਜੇ ਤੁਸੀਂ ਚਾਹੁੰਦੇ ਹੋ ਤਾਂ ਇਸ ਕੋਠੀ 'ਚ 6 ਮਹੀਨੇ ਜਾਂ 1 ਸਾਲ ਲਈ ਸਟੇ ਕਰ ਸਕਦੇ ਹੋ। 16 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਹਾਲਾਂਕਿ ਮੀਟਿੰਗ ਦਾ ਏਜੰਡਾ ਨਹੀਂ ਸਪਸ਼ਟ ਕੀਤਾ ਗਿਆ, ਪਰ ਇੱਕ ਵਾਰੀ ਫਿਰ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀਆਂ ਸੇਵਾਵਾਂ ਤੋਂ ਫਾਰਗ ਕਰਨ ਦੀ ਚਰਚਾ ਮੁੜ ਤੇਜ਼ ਹੋ ਗਈ ਹੈ। ਖਬਰਾਂ ਮੁਤਾਬਿਕ ਉਹ ਹੁਣ ਸਿਰਫ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੀ ਜਥੇਦਾਰ ਦੀ ਸੇਵਾ ਸਾਂਭਣਗੇ। ਹਾਲਾਂਕਿ ਪਿਛਲੀ ਵਾਰੀ ਵੀ ਜਦੋਂ ਚਰਚਾ ਹੋਈ ਸੀ, ਜਦੋਂ ਉਹ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਦੇ ਮੰਗਣੀ ਸਮਾਗਮ ਦੇ ਵਿੱਚ ਸ਼ਾਮਲ ਹੋ ਕੇ ਆਏ ਸੀ, ਉਸ ਤੋਂ ਬਾਅਦ ਐਸਜੀਪੀਸੀ ਦੀ ਐਗਜ਼ੈਕਟਿਵ ਦੀ ਮੀਟਿੰਗ ਹੋਈ ਸੀ, ਉਦੋਂ ਵੀ ਇਹੀ ਚਰਚਾ ਚੱਲੀ ਸੀ, ਪਰ ਐਸਜੀਪੀਸੀ ਨੇ ਇਹਨਾਂ ਚਰਚਾਵਾਂ ਨੂੰ ਨਕਾਰ ਦਿੱਤਾ ਸੀ ਤੇ ਹੁਣ ਫੇਰ ਉਹੀ ਚਰਚਾ ਚੱਲ ਰਹੀ ਹੈ। ਹੋ ਸਕਦਾ ਹੈ ਕਿ ਇਹ ਸਿਰਫ ਤੇ ਸਿਰਫ ਮੀਡੀਆ ਦੇ ਵੱਲੋਂ ਬਣਾਈਆਂ ਗਈਆਂ ਖਬਰਾਂ ਹੋਣ, ਇਹਨਾਂ ਦੇ ਵਿੱਚ ਹੁਣ ਵੀ ਕੋਈ ਸੱਚਾਈ ਨਾ ਹੋਵੇ। ਤਾਂ ਸ਼ੁੱਕਰਵਾਰ ਨੂੰ ਐਸਜੀਪੀਸੀ ਦੀ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਐਸਜੀਪੀਸੀ ਨੇ ਐਮਰਜੈਂਸੀ ਮੀਟਿੰਗ ਕਿਉਂ ਬੁਲਾਈ। ਮਨੀਪੁਰ ਦੇ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਰਾਜਧਾਨੀ ਇੰਫਾਲ ਦੇ ਵਿੱਚ ਸ਼ਰਾਰਤੀ ਅਨਸਰਾਂ ਨੇ ਕਈ ਘਰਾਂ ਨੂੰ ਅੱਗ ਲਾ ਦਿੱਤੀ। ਸੁਰੱਖਿਆ ਬਲਾਂ ਤੇ ਸ਼ਰਾਰਤੀ ਅਨਸਰਾਂ ਦੇ ਵਿਚਾਲੇ ਝੜਪ ਵੀ ਹੋਈ। ਇਸ ਦੌਰਾਨ ਅਥਰੂ ਗੈਸ ਦੇ ਗੋਲੇ ਵੀ ਦਾਗੇ ਗਏ। ਵੀਰਵਾਰ ਨੂੰ ਉੱਤਰਾਖੰਡ ਦੇ ਪਰੋਲਾ ਅਤੇ ਨੇੜਲੇ ਸ਼ਹਿਰਾਂ ਦੇ ਵਿੱਚ ਵੀ ਬਾਜ਼ਾਰ ਬੰਦ ਰਹੇ। ਇੱਥੇ ਹੋਣ ਵਾਲੀ ਮਹਾ ਪੰਚਾਇਤ ਨੂੰ ਰੋਕਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਦਫਾ 144 ਇੱਥੇ ਲਾਗੂ ਕਰ ਦਿੱਤੀ ਹੈ, ਜਿਸ ਦੇ ਵਿਰੋਧ ਵਿੱਚ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਤੇ ਬਾਜ਼ਾਰ ਬੰਦ ਰੱਖਣ ਦਾ ਫੈਸਲਾ ਲਿਆ। ਹਾਲਾਂਕਿ ਬੁੱਧਵਾਰ ਰਾਤ ਨੂੰ ਹੀ ਪ੍ਰਬੰਧਕਾਂ ਨੇ ਖੁਦ ਮਹਾ ਪੰਚਾਇਤ ਨੂੰ ਰੱਦ ਕਰਨ ਦਾ ਫੈਸਲਾ ਲੈ ਲਿਆ ਸੀ। ਪਰੋਲਾ ਦੇ ਵਿੱਚ 19 ਜੂਨ ਤੱਕ ਧਾਰਾ 144 ਲਾਗੂ ਰਹੇਗੀ, ਯਾਨੀ ਕਿ 5 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਜੀਐਸਟੀ ਕੌਂਸਲ ਦੀ ਅਗਲੀ ਮੀਟਿੰਗ 11 ਜੁਲਾਈ ਨੂੰ ਕੌਮੀ ਰਾਜਧਾਨੀ ਦੇ ਵਿਗਿਆਨ ਭਵਨ ਦੇ ਵਿੱਚ ਹੋਏਗੀ, ਯਾਨੀ ਕਿ ਦਿੱਲੀ ਦੇ ਵਿੱਚ ਹੋਵੇਗੀ। ਇਹ ਕੌਂਸਲ ਦੀ 5ਵੀਂ ਮੀਟਿੰਗ ਹੋਵੇਗੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਜੋ ਕੌਂਸਲ ਦੇ ਮੁਖੀ ਵੀ ਨੇ, ਉਹ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਕੌਂਸਲ ਦੀ 49ਵੀਂ ਮੀਟਿੰਗ 18 ਫਰਵਰੀ ਨੂੰ ਹੋਈ ਸੀ ਅਤੇ ਚੰਡੀਗੜ੍ਹ ਦੇ ਵਿੱਚ ਹੋਈ ਸੀ। ਕਰਨਾਟਕਾ ਦੀ ਸੱਤਾਧਾਰੀ ਕਾਂਗਰਸ ਸਰਕਾਰ ਨੇ ਪਿਛਲੀ ਸਰਕਾਰ ਦੇ ਵੱਲੋਂ ਸਕੂਲੀ ਸਿਲੇਬਸ ਵਿੱਚ ਕੀਤੀਆਂ ਤਬਦੀਲੀਆਂ ਨੂੰ ਰੱਦ ਕਰ ਦਿੱਤਾ ਹੈ। ਸੂਬੇ ਦੇ ਸਿੱਖਿਆ ਮੰਤਰੀ ਮਧੂ ਬੰਗਰੱਪਾ ਨੇ ਕਿਹਾ ਹੈ ਕਿ ਕੇਬੀ ਹੇਡਗੇਵਾਰ ਨੂੰ ਸਿਲੇਬਸ ਚੋਂ ਹਟਾ ਦਿੱਤਾ ਗਿਆ। ਪਿਛਲੀ ਸਰਕਾਰ ਨੇ ਪਿਛਲੇ ਸਾਲ ਜੋ ਵੀ ਬਦਲਾਅ ਕੀਤੇ ਗਏ ਸੀ, ਅਸੀਂ ਉਹਨਾਂ ਨੂੰ ਰੱਦ ਕਰ ਦਿੱਤਾ ਹੈ। ਪਿਛਲੇ ਸਾਲ ਜੋ ਵੀ ਸਿਲੇਬਸ ਸੀ, ਉਸ ਨੂੰ ਸੋਧ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਆਮ ਸਭਾ ਨੇ ਸ਼ਹੀਦ ਸ਼ਾਂਤੀ ਫੌਜੀਆਂ ਦੇ ਸਨਮਾਨ ਦੇ ਵਿੱਚ ਯੂਐਨ ਹੈੱਡਕੁਆਰਟਰ ਵਿੱਚ ਯਾਦਗਾਰੀ ਕੰਧ ਬਣਾਉਣ ਦੇ ਲਈ ਭਾਰਤ ਵੱਲੋਂ ਪੇਸ਼ ਕੀਤੇ ਖਰੜੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਯੂਐਨ ਮਹਾਸਭਾ ਦੇ ਵਿੱਚ ਮੈਮੋਰੀਅਲ ਵਾਲ ਫਾਰ ਫਾਲਨ ਯੂਨਾਈਟਿਡ ਨੇਸ਼ਨਸ ਪੀਸਕੀਪਰਸ ਖਰੜਾ ਪ੍ਰਸਤਾਵ ਪੇਸ਼ ਕੀਤਾ। ਯੂਐਨ ਦੇ ਕਰੀਬ 190 ਮੈਂਬਰ ਦੇਸ਼ਾਂ ਦੇ ਵੱਲੋਂ ਮਤਾ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ। ਪ੍ਰਸਤਾਵ ਪੇਸ਼ ਕਰਦਿਆਂ ਕੰਬੋਜ ਨੇ ਕਿਹਾ ਕਿ ਯਾਦਗਾਰ ਕੰਧ ਇਸ ਗੱਲ ਦਾ ਸਬੂਤ ਹੋਵੇਗੀ ਕਿ ਯੂਐਨ ਸ਼ਾਂਤੀ ਮੁਹਿੰਮਾਂ ਨੂੰ ਕਿੰਨੀ ਅਹਿਮੀਅਤ ਦਿੰਦਾ ਹੈ। ਏਸ਼ੀਆਈ ਕ੍ਰਿਕਟ ਕੌਂਸਲ ਨੇ ਏਸ਼ੀਆ ਕੱਪ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਟੂਰਨਾਮੈਂਟ 31 ਅਗਸਤ ਤੋਂ 17 ਸਤੰਬਰ ਤੱਕ ਖੇਡਿਆ ਜਾਵੇਗਾ। ਮੇਜ਼ਬਾਨੀ ਸ਼੍ਰੀਲੰਕਾ ਤੇ ਪਾਕਿਸਤਾਨ ਸਾਂਝੇ ਤੌਰ ਤੇ ਕਰਨਗੇ। ਟੂਰਨਾਮੈਂਟ ਦੇ ਪਹਿਲੇ 4 ਮੈਚ ਪਾਕਿਸਤਾਨ ਦੇ ਵਿੱਚ ਖੇਡੇ ਜਾਣਗੇ। ਅਗਲੇ ਸਾਰੇ 9 ਮੈਚ ਸ਼੍ਰੀਲੰਕਾ ਦੇ ਵਿੱਚ ਖੇਡੇ ਜਾਣਗੇ। ਪਹਿਲਾਂ ਇਹ ਟੂਰਨਾਮੈਂਟ ਪਾਕਿਸਤਾਨ ਦੇ ਵਿੱਚ ਖੇਡਿਆ ਜਾਣਾ ਸੀ, ਪਰ ਭਾਰਤ ਪਾਕਿਸਤਾਨ ਦੇ ਵਿੱਚ ਖੇਡਣ ਲਈ ਤਿਆਰ ਨਹੀਂ ਸੀ। ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਇਸ ਬਾਰੇ ਨਾਰਾਜ਼ਗੀ ਪ੍ਰਗਟ ਕੀਤੀ ਸੀ। ਟੂਰਨਾਮੈਂਟ ਵਿੱਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਤੇ ਨੇਪਾਲ ਦੀਆਂ ਟੀਮਾਂ ਭਾਗ ਲੈ ਰਹੀਆਂ ਨੇ। ਟੂਰਨਾਮੈਂਟ ਦੇ ਵਿੱਚ 3-3 ਟੀਮਾਂ ਦੇ 2 ਗਰੁੱਪ ਹੋਣਗੇ। ਹਰੇਕ ਗਰੁੱਪ ਦੇ ਵਿੱਚੋਂ ਚੋਟੀ ਦੀਆਂ 2 ਟੀਮਾਂ ਸੁਪਰ 4 ਪੜਾਅ ਦੇ ਵਿੱਚ ਪਹੁੰਚਣਗੀਆਂ। ਇੱਕ ਗਰੁੱਪ 'ਚ ਭਾਰਤ, ਪਾਕਿਸਤਾਨ ਤੇ ਨੇਪਾਲ ਦੀਆਂ ਟੀਮਾਂ, ਦੂਜੇ ਵਿੱਚ ਸ਼੍ਰੀਲੰਕਾ, ਬੰਗਲਾਦੇਸ਼ ਤੇ ਅਫਗਾਨਿਸਤਾਨ ਦੀਆਂ ਟੀਮਾਂ ਹੋਣਗੀਆਂ। ਇਸ ਤੋਂ ਬਾਅਦ ਸੁਪਰ 4 ਪੜਾਅ ਦੇ ਵਿੱਚ 2 ਜੇਤੂ ਟੀਮਾਂ ਫਾਈਨਲ ਦੇ ਵਿੱਚ ਭਿੜਨਗੀਆਂ। ਗ੍ਰੀਸ ਤੋਂ ਵੱਡੇ ਕਿਸ਼ਤੀ ਹਾਦਸੇ ਦੀ ਖਬਰ ਹੈ, ਜਿੱਥੇ ਪ੍ਰਵਾਸੀਆਂ ਨੂੰ ਲਿਜਾ ਰਹੀ ਇੱਕ ਮੱਛੀਆਂ ਫੜਨ ਵਾਲੀ ਕਿਸ਼ਤੀ ਮੰਗਲਵਾਰ ਦੇਰ ਰਾਤ ਗ੍ਰੀਸ ਦੇ ਤੱਟ ਤੇ ਪਲਟਣ ਕਾਰਨ ਡੁੱਬ ਗਈ, ਜਿਹਦੇ ਵਿੱਚ ਘੱਟੋ-ਘੱਟ 99 ਲੋਕਾਂ ਦੀ ਮੌਤ ਹੋ ਗਈ। ਸੈਂਕੜੇ ਲੋਕ ਲਾਪਤਾ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਪ੍ਰਵਾਸੀ ਯੂਰਪ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਤੱਟ ਰੱਖਿਅਕ, ਜਲ ਸੈਨਾ ਤੇ ਹਵਾਈ ਜਹਾਜ਼ਾਂ ਨੇ ਰਾਤ ਭਰ ਵੱਡੇ ਪੱਧਰ ਤੇ ਖੋਜ ਤੇ ਬਚਾਅ ਮੁਹਿੰਮ ਚਲਾਈ। ਹਾਲੇ ਤੱਕ ਇਹ ਸਪਸ਼ਟ ਨਹੀਂ ਕਿ ਕਿੰਨੇ ਯਾਤਰੀ ਲਾਪਤਾ ਨੇ। ਕੋਸਟ ਗਾਰਡ ਦੇ ਬੁਲਾਰੇ ਨਿਕੋਸ ਅਲੈਕਸੀਓ ਨੇ ਸਰਕਾਰੀ ERTV ਨੂੰ ਦੱਸਿਆ ਕਿ ਯਾਤਰੀਆਂ ਦੀ ਸਹੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਸੰਭਵ ਹੈ। ਅਜਿਹਾ ਲੱਗਦਾ ਹੈ ਕਿ 80 ਤੋਂ 100 ਫੁੱਟ ਦੀ ਕਿਸ਼ਤੀ ਲੋਕਾਂ ਦੇ ਅਚਾਨਕ ਇੱਕ ਪਾਸੇ ਜਾਣ ਤੋਂ ਬਾਅਦ ਪਲਟ ਗਈ। ਕੁਝ ਸਮੇਂ ਬਾਅਦ ਡੁੱਬ ਗਈ। ਕਾਲਾਮਾਟਾ ਦੇ ਦੱਖਣੀ ਬੰਦਰਗਾਹ ਸ਼ਹਿਰ ਦੇ ਡਿਪਟੀ ਮੇਅਰ ਆਉਨਿਸ ਜ਼ਾਫਿਰੋਪੋਲੋਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਕਿਸ਼ਤੀ ਵਿੱਚ 500 ਤੋਂ ਵੱਧ ਲੋਕ ਸਵਾਰ ਸਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਦੀ ਅਗਵਾਈ ਹੇਠ ਸਿੱਖਾਂ ਦਾ ਇੱਕ ਉੱਚ ਪੱਧਰੀ ਵਫਦ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਪਹੁੰਚਿਆ, ਜਿੱਥੇ ਪੰਜਾਬੀ ਲੇਨ ਬੜਾ ਬਾਜ਼ਾਰ ਵਿੱਚੋਂ ਸਿੱਖਾਂ ਨੂੰ ਤਬਦੀਲ ਕਰਨ ਦੇ ਮਾਮਲੇ ਤੇ ਮੇਘਾਲਿਆ ਸਰਕਾਰ ਦੇ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਹੈ। ਇਸ ਮਾਮਲੇ ਦੇ ਵਿੱਚ ਮੇਘਾਲਿਆ ਹਾਈ ਕੋਰਟ ਨੇ ਸਟੇ ਲਾਈ ਹੋਈ ਹੈ। ਮੀਟਿੰਗ ਦੇ ਵਿੱਚ ਪੰਜਾਬੀ ਲੇਨ ਬੜਾ ਬਾਜ਼ਾਰ ਦੇ ਵਿੱਚੋਂ ਪੰਜਾਬੀਆਂ ਤੇ ਸਿੱਖਾਂ ਨੂੰ ਹੋਰ ਕਿਸੇ ਥਾਂ ਤੇ ਸ਼ਿਫਟ ਕਰਨ ਦੀ ਯੋਜਨਾ ਦੇ ਬਾਰੇ ਵਿਚਾਰ ਵਟਾਂਦਰਾ ਹੋਇਆ ਹੈ। ਪਤਾ ਲੱਗਿਆ ਕਿ ਦੋਵਾਂ ਧਿਰਾਂ ਦੇ ਵਿੱਚ ਚੰਗੇ ਮਾਹੌਲ 'ਚ ਗੱਲਬਾਤ ਹੋਈ ਹੈ ਤੇ ਦੋਵੇਂ ਉਪ ਮੁੱਖ ਮੰਤਰੀਆਂ ਨੇ ਵਫਦ ਦੀ ਗੱਲ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।
ਕੇਂਦਰ ਸਰਕਾਰ ਨੇ ਰਿਫਾਈਨਡ ਸੋਇਆਬੀਨ ਅਤੇ ਸੂਰਜਮੁਖੀ ਤੇਲ ਤੇ ਦਰਾਮਦ ਡਿਊਟੀ 17.5% ਤੋਂ ਘਟਾ ਕੇ 12.5% ਕਰ ਦਿੱਤੀ ਹੈ। ਇਹ ਫੈਸਲਾ ਘਰੇਲੂ ਬਾਜ਼ਾਰ ਦੇ ਵਿੱਚ ਰਿਫਾਈਨਡ ਸੋਇਆਬੀਨ ਤੇ ਸੂਰਜਮੁਖੀ ਦੀ ਉਪਲਬਧਤਾ ਵਧਾਉਣ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਲਿਆ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤ ਨਜ਼ਦੀਕੀ ਭਰਤਿੰਦਰ ਸਿੰਘ ਚਾਹਲ ਆਖਿਰਕਾਰ ਕਈ ਵਾਰੀ ਤਲਬ ਕੀਤੇ ਜਾਣ ਤੋਂ ਬਾਅਦ ਵਿਜੀਲੈਂਸ ਦੇ ਕੋਲ ਪੇਸ਼ ਹੋ ਹੀ ਗਏ। ਚਾਹਲ ਦੀ ਅਗਾਊਂ ਜ਼ਮਾਨਤ ਰੱਦ ਹੋ ਚੁੱਕੀ ਸੀ, ਇਸ ਕਰਕੇ ਉਹਨਾਂ ਨੂੰ ਵਿਜੀਲੈਂਸ ਦੇ ਮੂਹਰੇ ਪੇਸ਼ ਹੋਣਾ ਹੀ ਪੈਣਾ ਸੀ। ਵਿਜੀਲੈਂਸ ਉਹਨਾਂ ਨੂੰ ਇਸ ਤੋਂ ਪਹਿਲਾਂ 10 ਵਾਰੀ ਸਮਨ ਭੇਜ ਚੁੱਕੀ ਸੀ, ਪਰ ਉਹ ਕੋਈ ਨਾ ਕੋਈ ਬਹਾਨਾ ਲਾ ਲੈਂਦੇ ਸੀ। ਸੂਤਰਾਂ ਮੁਤਾਬਕ ਪਟਿਆਲਾ ਦੇ ਮਹਿੰਗੇ ਇਲਾਕੇ ਮਿਨੀ ਸਕੱਤਰੇਤ ਰੋਡ ਤੇ ਭਰਤਿੰਦਰ ਸਿੰਘ ਚਾਹਲ ਦੇ ਵੱਲੋਂ ਬਣਾਇਆ 2 ਕਰੋੜੀ ਮਲਟੀਪਲੈਕਸ ਸ਼ਾਪਿੰਗ ਮਾਲ ਦਾ ਮੁਲਾਂਕਣ ਕਰਨ ਦੇ ਲਈ ਉਹਨਾਂ ਨੂੰ ਵਿਜੀਲੈਂਸ ਦੇ ਵੱਲੋਂ ਸਮਨ ਜਾਰੀ ਕੀਤੇ ਗਏ ਸਨ। ਮਾਈਨਿੰਗ ਵਿਭਾਗ ਦੇ ਵੱਲੋਂ ਇੱਕ ਕਲਸਟਰ ਤਹਿਤ 16 ਜੂਨ ਨੂੰ ਹੁਸ਼ਿਆਰਪੁਰ ਅੰਦਰ ਰੇਤੇ ਦੀਆਂ 3 ਖੱਡਾਂ ਪ੍ਰਾਈਵੇਟ ਤੌਰ ਤੇ ਠੇਕੇਦਾਰਾਂ ਨੂੰ ਅਲਾਟ ਕਰ ਦਿੱਤੀਆਂ ਜਾਣਗੀਆਂ। ਇਹਨਾਂ ਵਿੱਚ 2 ਖੱਡਾਂ ਮੁਕੇਰੀਆਂ ਹਲਕੇ ਦੇ ਵਿੱਚ ਨੌਸ਼ਹਿਰਾ ਸਿੰਬਲੀ ਸੰਧਵਾਲ ਤੇ ਇੱਕ ਸ਼ਾਮ 84 ਹਲਕੇ ਦੇ ਪਿੰਡ ਬੜਿਆਲ ਦੇ ਵਿੱਚ ਹੈ। ਇਸ ਦੇ ਲਈ ਠੇਕੇਦਾਰਾਂ ਤੋਂ ਟੈਂਡਰ ਮੰਗ ਲਏ ਗਏ ਨੇ। ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਇੱਕ ਬਿਲਡਿੰਗ ਦੇ ਬੇਸਮੈਂਟ ਦੀ ਖੁਦਾਈ ਦਾ ਜਦੋਂ ਕੰਮ ਚੱਲ ਰਿਹਾ ਸੀ ਤਾਂ ਪਾਰਕਿੰਗ ਏਰੀਆ ਧੱਸ ਗਿਆ, ਜਿਸ ਕਾਰਨ 10 ਮੋਟਰਸਾਈਕਲ ਤੇ ਇੱਕ ਕਾਰ ਮਲਬੇ ਹੇਠਾਂ ਦੱਬੇ ਗਏ। ਪਰ ਰਾਹਤ ਦੀ ਗੱਲ ਇਹ ਹੈ ਕਿ ਇਹਨਾਂ ਵਾਹਨਾਂ ਦੇ ਵਿੱਚ ਉਸ ਵਕਤ ਕੋਈ ਵੀ ਮੌਜੂਦ ਨਹੀਂ ਸੀ, ਸਿਰਫ ਵਾਹਨ ਖੜੇ ਸਨ। ਇਸ ਦੀ ਘਟਨਾ ਪੁਲਿਸ ਨੂੰ ਦਿੱਤੀ ਗਈ ਸੂਚਨਾ ਮਿਲਦਿਆਂ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਭ ਤੋਂ ਪਹਿਲਾਂ ਇਸੇ ਗੱਲ ਨੂੰ ਪੁਖਤਾ ਕੀਤਾ ਕਿ ਕਿਤੇ ਕੋਈ ਵਿਅਕਤੀ ਤਾਂ ਨਹੀਂ ਇਹਦੇ ਵਿੱਚ ਧੱਸਿਆ। ਉਸ ਤੋਂ ਬਾਅਦ JCB ਮਸ਼ੀਨਾਂ ਦੇ ਨਾਲ ਮਿੱਟੀ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ।